एक सब इंस्पैक्टर ਦੇ ਪੁੱਤ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਸੌਫਟਵੇਅਰ ਇੰਜੀਨੀਅਰ ਸੀ ਤੇ ਆਪਣੇ ਪਰਿਵਾਰ ਦੇ ਸਮੇਤ ਗੁਰੂਗ੍ਰਾਮ ਦੇ ਵਿੱਚ ਰਹਿੰਦਾ ਸੀ। ਪਰ ਜਦੋਂ ਬੀਤੇ ਦਿਨਾਂ ਉਸਨੇ ਫੋਨ ਨਾ ਚੱਕਿਆ ਤਾਂ ਜੋ ਪਿਤਾ ਸੀ ਸਬ ਇੰਸਪੈਕਟਰ ਹਰਿਆਣਾ ਪੁਲਿਸ ਦੇ ਵਿੱਚ ਉਸਦੇ ਵੱਲੋਂ ਉਸ ਨੂੰ ਫੋਨ ਕੀਤੇ ਗਏ ਤੇ ਜਦੋਂ ਉਸਨੇ ਫੋਨ ਨਾ ਚੱਕਿਆ ਤਾਂ ਉਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤਾਂ ਉਸਨੇ ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਇਹ ਨੌਜਵਾਨ ਆਪਣੇ ਘਰ ਦੇ ਵਿੱਚ ਡਿੱਗਿਆ ਹੋਇਆ ਸੀ ਤੇ ਗਲੇ ਦੇ ਵਿੱਚ ਇਸ ਦੇ ਕੱਪੜਾ ਬੰਨਿਆ ਹੋਇਆ ਸੀ। ਹਾਲਾਂਕਿ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਇਸ ਦੀ ਪਤਨੀ ਅਤੇ ਇਸ ਦੀ ਪਤਨੀ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਗੁਰੂਗ੍ਰਾਮ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਸਬ ਇੰਸਪੈਕਟਰ ਦੇ ਪੁੱਤ ਦਾ ਕਤਲ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦੇ ਵੱਲੋਂ ਅਜਿਹੇ ਇਲਜ਼ਾਮ ਲਗਾਏ ਗਏ ਨੇ ਕਿ ਪਤਨੀ ਅਤੇ ਇਸ ਦੇ ਵਿਚਕਾਰ ਲਗਾਤਾਰ ਕਲੇਸ਼ ਰਹਿੰਦਾ ਸੀ। ਕਲੇਸ਼ ਦੇ ਕਾਰਨ ਕਈ ਵਾਰ ਪਤਨੀ ਘਰ ਛੱਡ ਕੇ ਵੀ ਜਾ ਚੁੱਕੀ ਸੀ, ਪਰੰਤੂ ਬੜੀ ਮੁਸ਼ਕਲ ਦੇ ਨਾਲ ਉਹਨੂੰ ਲਿਆਂਦਾ ਗਿਆ ਸੀ ਤੇ ਹੁਣ ਉਹਨਾਂ ਦੇ ਪੁੱਤ ਦੀ ਜੋ ਮੌਤ ਹੋਈ ਹੈ ਇਸ ਦੇ ਪਿੱਛੇ ਵੀ ਉਹਨਾਂ ਨੇ ਪਤਨੀ ਦਾ ਹੀ ਹੱਥ ਦੱਸਿਆ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਣ ਨਵਦੀਪ ਵਜੋਂ ਹੋਈ ਹੈ ਜੋ ਕਿ ਹਿਸਾਰ ਦਾ ਰਹਿਣ ਵਾਲਾ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਗੁਰੂਗ੍ਰਾਮ ਦੇ ਵਿੱਚ ਰਹਿ ਰਿਹਾ ਸੀ ਤੇ ਇੱਕ ਸੌਫਟਵੇਅਰ ਇੰਜੀਨੀਅਰ ਸੀ। ਚੰਗਾ ਪਰਿਵਾਰ ਸੀ, ਸਾਰਾ ਕੁਝ ਸਹੀ ਸਲਾਮਤ ਸੀ, ਪਰ ਕਿਹਾ ਜਾ ਰਿਹਾ ਕਿ ਪਤੀ ਅਤੇ ਪਤਨੀ ਦੇ ਵਿਚਕਾਰ ਅਕਸਰ ਹੀ ਅਣਬਣ ਰਹਿੰਦੀ ਸੀ ਜਿਸ ਦੇ ਕਾਰਨ ਪਤਨੀ ਪਹਿਲਾਂ ਵੀ ਘਰ ਛੱਡ ਕੇ ਜਾ ਚੁੱਕੀ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਕਿਹਾ ਜਾ ਰਿਹਾ ਕਿ ਲੜਾਈ ਹੋਈ ਹੈ। ਲੜਾਈ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹੁਣ ਇਹ ਉਸ ਦੀ ਮੌਤ ਕਿਵੇਂ ਹੋਈ ਇਸ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ਾਂ ਗੁਰੂਗ੍ਰਾਮ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਹਾਲੇ ਕੋਈ ਵੀ ਕਾਰਨ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਆਇਆ, ਨਾ ਹੀ ਕੋਈ ਮੌਕੇ ਦੇ ਉੱਤੇ ਸੁਸਾਈਡ ਨੋਟ ਮਿਲਿਆ ਜਿਸ ਦੇ ਕਾਰਨ ਹੁਣ ਗੁਰੂਗ੍ਰਾਮ ਪੁਲਿਸ ਦੇ ਲਈ ਵੀ ਇਹ ਮੌਤ ਪਹਿਲੀ ਬਣਦੀ ਨਜ਼ਰ ਆ ਰਹੀ ਹੈ। ਪਰ ਜੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੇ ਦੇ ਬਿਆਨ ਦਿੱਤਾ ਗਿਆ ਉਹ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸਦੀ ਪਤਨੀ ਸਮੇਤ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ है। इसमें कल दिनांक 21 जनवरी 2025 को गुरुग्राम पुलिस को एक व्यक्ति द्वारा सूचित किया गया था कि उसका लड़का जो अशोक विहार फेज 2 में एक मकान में रहता है अपने परिवार के सहित, तो वो फोन नहीं उठा रहा है, जिसके ऊपर गुरुग्राम पुलिस स्पॉट पर पहुंची तथा इसी के दौरान जो फोन करने वाले व्यक्ति था उसका भी एक रिश्तेदार स्पॉट पर पहुंच गया था। तो गुरुग्राम पुलिस द्वारा और साथ में जो व्यक्ति था उसके द्वारा जाकर के देखा गया तो पाया गया कि एक व्यक्ति कमरे के अंदर मृत अवस्था में पड़ा हुआ था जिसके गले में कुछ कपड़ा भी बंधा हुआ था। तो सीन ऑफ क्राइम की टीम के द्वारा स्पॉट का विजिट किया गया है और जो भी मौका से साक्ष्य थे वो एकत्रित किए गए हैं। मृतक है जो उसका पोस्टमार्टम बोर्ड के द्वारा करवाया जा चुका है और जो मृतक व्यक्ति है उसके पिता की लिखित शिकायत पर मृतक है उसकी पत्नी तथा उसके परिवारजनों के खिलाफ हत्या की धाराओं में एफआईआर रजिस्टर की गई है। एफआईआर के आधार पर जो जिन के ऊपर मृतक के परिवारजनों के द्वारा शक जाहिर किया गया था उन सभी व्यक्तियों को मृतक उसकी पत्नी के सहित हिरासत में ले लिया गया। पूछताछ की जा रही है और जैसे जैसे इन्वेस्टिगेशन में जो भी फैक्ट सामने आएंगे उसके अकॉर्डिंग पुलिस अपनी कार्रवाई जारी रखेगी। मृतक हिसार के गांव का रहने वाला है तथा करीब 35 वर्ष उसकी उम्र है। मृतक एक निजी कंपनी में नौकरी करता है और अपने परिवार तथा अपनी पत्नी तथा अपनी बेटी के साथ यहाँ मकान में अशोक विहार फेज 2 में रह रहा था। ये बात भी सामने आ रही थी काफी समय से उसका वाइफ से झगड़ा चल रहा था। देखिए जो शिकायत करता है मृतक के पिता उनके द्वारा अपनी शिकायत में भी ये बात बताई गई है कि उनके लड़के तथा जो उसकी मृतक की पत्नी थी उन दोनों के बीच में पिछले कुछ समय से कुछ मनमुटाव चल रहा था, जिसकी वजह से अक्सर मृतक की पत्नी अपने परिवारजनों के साथ में यहाँ अपने पति को छोड़ करके अपने घर चली जाती थी, क्योंकि बाद में खुद ब खुद वापस भी आ जाती थी। तो पुलिस हर एंगल को ध्यान में रखते हुए जांच कर रही है अभी, क्योंकि जांच प्राथमिक स्टेज पर है, कुछ भी कहना जल्दबाजी होगा। तो फैक्ट जैसे जैसे इन्वेस्टिगेशन में सामने आएंगे उसके अकॉर्डिंग पुलिस अपनी कार्रवाई जारी रखेगी। अभी जो इन्वेस्टिगेशन है बिल्कुल ही प्राथमिक स्टेज पर है, तो स्पॉट से सीन ऑफ क्राइम की टीम के द्वारा विजिट करके भी जो भी साक्ष्य वहां पाए गए हैं उनको उठाया गया है और इसके अलावा फिंगरप्रिंट की टीम के द्वारा भी मौका का विजिट किया गया है। तो जिसकी भी उपस्थिति घटनास्थल पर होगी सभी को पूछताछ के लिए बुलाया जाएगा और जो भी जांच में सामने आएगा उसके अकॉर्डिंग कार्रवाई की जाएगी। तो पत्नी के अलावा और किसी के खिलाफ मामला दर्ज किया गया? इसमें शिकायतकर्ता द्वारा दी गई शिकायत के आधार पर जो मृतक है उसकी पत्नी उसके परिवारजनों के खिलाफ ही एफआईआर रजिस्टर की गई है और जिन लोगों के ऊपर उनके द्वारा शक जाहिर किया गया था उसके परिवार में उन लगभग 3 व्यक्तियों को अभी तक हिरासत में लिया गया है पत्नी सहित, तो उनसे भी पूछताछ की जा रही है।